1 ਏਕੜ ਗੰਨੇ ਨੂੰ ਪਾਣੀ ਲਾਉਂਦੇ ਆ, 1.5 ਘੰਟਾ ਮੋਟਰ ਚਲਾਉਂਦੇ ਆ, ਨਾਲੇ ਪਾਣੀ ਬਚਾਉਂਦੇ ਆ, ਗੰਨੇ ਦੇ ਵਿੱਚ 4 ਫਸਲਾਂ ਲੈਂਦੇ ਆ, ਨਾਲੇ ਬਿਜਲੀ ਵੀ ਬਚਾਉਂਦੇ ਆ। ਪੇਂਡੂ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਸਫਲ ਮਾਡਲ ਮਿਸ਼ਨ ਫੈਪਰੋ। ਕਿਸੇ ਨੇ ਕਿਹਾ ਹੈ ਕਿ ਵਿਸ਼ਵਾਸ ਪੱਥਰ 'ਚ ਜਾਨ ਪਾ ਦਿੰਦਾ ਹੈ। ਕਿਸਾਨੀ ਸਮੂਹਾਂ ਦਾ ਵਿਸ਼ਵਾਸ ਇੱਕ ਕ੍ਰਿਸ਼ਮਾ। ਪੰਜਾਬ ਦੇ ਪੇਂਡੂ ਸੱਭਿਆਚਾਰ ਦੀ ਪਿਛੋਕੜ 'ਚ ਝਾਤ ਮਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਸਾਂਝੀਵਾਲਤਾ ਦਾ ਪ੍ਰਤੀਕ ਸੀ। ਸਾਂਝੇ ਖੂਹ, ਸਾਂਝੀਆਂ ਸੱਥਾਂ, ਸਾਂਝੇ ਖੇਤੀ ਦੇ ਕੰਮ ਕਰਨਾ, ਸਾਂਝੇ ਤਿਉਹਾਰ ਮਨਾਉਣਾ ਸਾਡੀ ਸੱਭਿਅਤਾ ਦੇ ਅਹਿਮ ਹਿੱਸੇ ਸਨ। ਸਮੇਂ ਨੇ ਕਰਵਟ ਲਈ ਖਪਤਕਾਰੀ ਦਾ ਦੌਰ ਸ਼ੁਰੂ ਹੋਇਆ, ਜਿਸ ਨੇ ਹੌਲੀ-ਹੌਲੀ ਲੋਕਾਂ ਦੇ ਮਨ 'ਚੋਂ ਸਾਂਝੀਵਾਲਤਾ ਆਲੋਪ ਕੀਤੀ। ਉਹੀ ਲੋਕ ਮੇਰਾ ਟਿਊਬਵੈੱਲ, ਮੇਰਾ ਟਰੈਕਟਰ, ਮੇਰਾ ਪਿੰਡ, ਮੇਰਾ ਬੱਚਾ ਆਦਿ ਕਹਿਣ ਲੱਗ ਪਏ। ਸਾਂਝੀਵਾਲਤਾ ਦੀਆਂ ਤੰਦਾਂ ਟੁੱਟਣੀਆਂ ਸ਼ੁਰੂ ਹੋਈਆਂ ਤੇ ਨਤੀਜਨ ਇਨਸਾਨ ਇਕੱਲਾ ਰਹਿ ਗਿਆ। ਸਮੂਹਾਂ 'ਚ ਸਦਾ ਹੀ ਵਿਕਾਸ ਹੁੰਦਾ ਹੈ। ਸਮੂਹਾਂ 'ਚ ਖਤਰਿਆਂ ਨੂੰ ਝੱਲਣ ਦੀ ਸ਼ਕਤੀ ਹੁੰਦੀ ਹੈ ਤੇ ਸਮੂਹ ਸਮਾਜ ਨੂੰ ਸੰਤੁਲਿਤ ਰੱਖਣ 'ਚ ਸਹਾਈ ਹੁੰਦੇ ਨੇ। ਅਜਿਹੀ ਸੋਚ ਨੂੰ ਅਪਣਾ ਕੇ ਜ਼ਿਲ੍ਹਾ ਹੁਸ਼ਿਆਰਪੁਰ 'ਚ 300 ਤੋਂ ਵੱਧ ਕਿਸਾਨਾਂ ਨੇ ਖੇਤੀ ਟੈਕਨੋਕ੍ਰੇਟਸ ਦੇ ਸਹਿਯੋਗ ਨਾਲ ਇੱਕ ਸਮੂਹ ਸਾਲ 2001 'ਚ ਬਣਾਇਆ, ਜਿਸ ਦਾ ਨਾਮ ਫਾਰਮਰਜ਼ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ ਯਾਨੀ ਫੈਪਰੋ ਰੱਖਿਆ ਗਿਆ। ਇਹ ਸੁਸਾਇਟੀ ਪਿੰਡ ਘੁਗਿਆਲ ਕੰਗਮਾਈ ਬਲਾਕ ਭੂੰਗਾ ਵਿਖੇ ਸਥਿਤ ਹੈ। ਸਰਕਾਰ ਦੀ RSVY ਸਕੀਮ ਤਹਿਤ ਗ੍ਰਾਂਟ ਮਿਲੀ, ਜਿਸ ਸਦਕਾ ਹਲਦੀ ਤੇ ਸ਼ਹਿਦ ਦੇ ਪ੍ਰੋਸੈਸਿੰਗ ਪਲਾਂਟ ਲੱਗੇ, ਜੋ ਸਫਲਤਾਪੂਰਵਕ ਅਗਾਂਹ ਵਧ ਰਹੇ ਨੇ। ਫੈਪਰੋ ਪਲੇਟਫਾਰਮ ਤੇ ਕਿਸਾਨ ਸਮੂਹਾਂ ਦੀਆਂ ਸਿਰ ਜੋੜ ਕੇ ਮੀਟਿੰਗਾਂ ਹੋਣ ਲੱਗੀਆਂ। ਮੁੱਦਾ ਦਰ ਮੁੱਦਾ ਸਮੱਸਿਆਵਾਂ ਦੇ ਹੱਲ ਲੱਭਣ ਲੱਗੇ। ਵਪਾਰਕ ਸ਼ਰਤਾਂ ਕਿਸਾਨ ਪੱਖੀ ਤੈਅ ਹੋਈਆਂ ਤੇ ਇਹ ਉਦਮ ਸਫਲਤਾਪੂਰਵਕ ਅਗਾਂਹ ਵਧ ਰਿਹਾ ਹੈ। ਸੰਪੂਰਨ ਖੇਤੀ, ਪੂਰਨ ਰੋਜ਼ਗਾਰ, ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ, ਇੱਕ ਸਫਰ ਮਿਸ਼ਨ ਫੈਪਰੋ। ਖੇਤੀ ਸੈਕਟਰ ਗੰਭੀਰ ਸੰਕਟ 'ਚੋਂ ਗੁਜ਼ਰ ਰਿਹਾ ਹੈ। ਸਮੁੱਚੀ ਕਿਸਾਨੀ ਮਾਯੂਸੀ 'ਚ ਹੈ। ਭਾਵੇਂ ਕੇਂਦਰ ਤੇ ਸੂਬਾ ਸਰਕਾਰਾਂ ਇਸ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਨੇ, ਪਰ ਅਜੇ ਤੱਕ ਕੋਈ ਸਾਰਥਕ ਹੱਲ ਸਾਹਮਣੇ ਨਹੀਂ ਆਇਆ। ਸਮੇਂ ਦੀ ਮੰਗ ਹੈ ਕਿਸਾਨੀ ਨੂੰ ਅਜਿਹੀ ਦਿਸ਼ਾ ਦਿੱਤੀ ਜਾਵੇ ਜਿਸ ਤਹਿਤ ਖੇਤੀ ਸਿਹਤਮੰਦ, ਲਾਭਕਾਰੀ ਤੇ ਵਿਸ਼ਵ ਮੁਕਾਬਲੇ ਦੇ ਸਮਰੱਥ ਹੋ ਸਕੇ। ਫੈਪਰੋ ਦਾ ਮੂਲ ਮੰਤਵ, ਆਓ ਰਲ ਮਿਲ ਕੇ ਖੇਤੀ ਉਪਜ ਨੂੰ ਖੁਦ ਪ੍ਰੋਸੈਸ ਕਰਕੇ ਸਵੈ ਮੰਡੀਕਰਨ ਕਰੀਏ ਤੇ ਅਗਲੀ ਪੀੜ੍ਹੀ ਵਿੱਚ ਇਸ ਕਿੱਤੇ ਪ੍ਰਤੀ ਰੁਚੀ ਪੈਦਾ ਕਰੀਏ। ਇਸ ਮੂਲ ਮੰਤਵ ਦੀ ਪੂਰਤੀ ਲਈ ਫੈਪਰੋ ਵੱਲੋਂ ਕਿਸਾਨਾਂ, ਸਬੰਧਤ ਅਦਾਰਿਆਂ ਤੇ ਸਮਾਜਿਕ ਫਿਲਾਸਫਰਾਂ ਨਾਲ ਮਿਲ ਕੇ ਸਿਰ ਤੋੜ ਯਤਨ ਕਰਕੇ ਕਿਸਾਨੀ ਨੂੰ ਨਵਾਂ ਰੁਖ ਦੇਣ ਲਈ, ਖੇਤੀ ਪੈਦਾਵਾਰ ਲਈ, ਪ੍ਰੋਸੈਸਿੰਗ ਲਈ ਤੇ ਸਵੈ ਮੰਡੀਕਰਨ ਲਈ ਲੱਭੇ ਗਏ ਸਫਲ ਹੱਲਾਂ ਨੂੰ ਲਾਗੂ ਕੀਤਾ ਜਾ ਰਿਹਾ, ਜਿਸ ਵਿੱਚ ਪਹਿਲੀ ਗੱਲ ਸ਼ਾਮਲ ਹੈ ਖੇਤੀ ਪੈਦਾਵਾਰ ਲਈ ਮਾਮੂਲੀ ਲਾਗਤ ਤੇ ਲਾਗੂ ਕਰਨ 'ਚ ਸੁਖਾਲੇ ਤੇ ਵਾਤਾਵਰਣ ਪੱਖੀ ਤੇ ਵੱਧ ਆਮਦਨ ਲੈਣ ਦੇ ਸਮਰੱਥ ਫਗਵਾੜਾ ਗੁੱਡ ਗਰੋ ਕ੍ਰੌਪਿੰਗ ਸਿਸਟਮ, ਜੋ ਕੁਦਰਤ ਵੱਲੋਂ ਪ੍ਰਦਾਨ 5 ਤੱਤਾਂ ਦੇ ਵਿਗਿਆਨਿਕ ਨਜ਼ਰੀਏ ਤੇ ਆਧਾਰਿਤ ਹੈ, ਨੂੰ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਲਾਗੂ ਕੀਤਾ ਜਾ ਰਿਹਾ। ਦੂਸਰੀ ਗੱਲ ਹੈ ਪ੍ਰੋਸੈਸਿੰਗ ਲਈ। ਫੈਪਰੋ ਦੇ ਸ਼ਹਿਦ ਤੇ ਹਲਦੀ ਦੇ ਪ੍ਰੋਸੈਸਿੰਗ ਪਲਾਂਟ, ਸਬਜ਼ੀਆਂ ਤੇ ਫਲਾਂ ਲਈ ਪਾਇਕ ਹਾਊਸ, ਸਰੋਂ ਦੇ ਤੇਲ ਦਾ ਯੂਨਿਟ ਤੇ ਕਿਸਾਨ ਬੀਬੀਆਂ ਵੱਲੋਂ ਬਣਾਈ ਕੰਢੀ ਏਰੀਆ ਫਰੂਟਸ ਐਂਡ ਹਰਬਲ ਪ੍ਰੋਸੈਸਿੰਗ ਪਲਾਂਟ ਯਾਨੀ ਕੈਪਰੋ, ਪਿੰਡ ਰਾਮਗੜ੍ਹ ਸੀਕਰੀ ਬਲਾਕ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ। ਤੀਸਰਾ ਹੈ ਮਾਰਕੀਟਿੰਗ, ਸਵੈ ਮਾਰਕੀਟਿੰਗ ਲਈ।
ਕਿਸਾਨ ਤੇ ਕਿਸਾਨ ਬੀਬੀਆਂ ਦੇ ਸਮੂਹਾਂ ਰਾਹੀਂ ਚਲਾਏ ਜਾ ਰਹੇ ਮਾਰਕੀਟਿੰਗ ਆਊਟਲੈਟਸ, ਆਤਮਾ ਕਿਸਾਨ ਹਟਸ, ਪੰਜਾਬ ਮੰਡੀ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਆਪਣੀ ਮੰਡੀ ਤੇ ਪੰਜਾਬ ਦੇ ਅਦਾਰਿਆਂ ਮਾਰਕਫੈਡ ਤੇ ਪੰਜਾਬ ਐਗਰੋ ਨਾਲ ਮਿਲ ਕੇ ਕੁਆਲਿਟੀ ਪ੍ਰੋਡਕਟਸ ਦਾ ਮੰਡੀਕਰਨ, ਸਵੈ ਮੰਡੀਕਰਨ ਕੀਤਾ ਜਾ ਰਿਹਾ ਹੈ। ਪ੍ਰੋਸੈਸਿੰਗ ਤੇ ਮਾਰਕੀਟਿੰਗ ਦੇ ਸਿਸਟਮ ਪੂਰਨ ਤੌਰ ਤੇ ਖੇਤੀ ਪੈਦਾਵਾਰੀ ਸਿਸਟਮ ਤੇ ਨਿਰਭਰ ਕਰਦੇ ਨੇ। ਇਸ ਸਮੇਂ ਖੇਤੀ ਪੈਦਾਵਾਰੀ ਲਈ ਵਰਤੇ ਜਾ ਰਹੇ ਇਨਪੁਟਸ, ਡੀਜ਼ਲ, ਰਸਾਇਣਿਕ ਖਾਦਾਂ, ਬੀਜ, ਨਦੀਨਨਾਸ਼ਕ ਤੇ ਲੋੜ ਪੈਣ ਤੇ ਜ਼ਹਿਰ ਦੇ ਸਪਰੇ ਸਿੱਧੇ ਤੌਰ ਤੇ ਕਿਸਾਨ ਦੀ ਜੇਬ ਵਿੱਚੋਂ ਪੈਸਾ ਕੱਢਦੇ ਨੇ। ਇਹ ਕਿਸਾਨ ਦੀ ਸਿਰਦਰਦੀ ਬਣ ਜਾਂਦੀ ਏ ਕਿ ਉਹ ਪੈਸੇ ਦਾ ਪ੍ਰਬੰਧ ਕਰਜ਼ਾ ਲੈ ਕੇ ਕਰੇ ਜਾਂ ਆਪਣੀ ਜੇਬ ਦੇ ਵਿੱਚੋਂ ਖਰਚੇ। ਫਸਲ ਵੇਚ ਕੇ ਪੈਸੇ ਆਉਣ ਤੱਕ ਹਿਸਾਬ ਕਰੀਏ ਤਾਂ ਕਿਸਾਨ ਘਾਟੇ 'ਚ ਹੀ ਲਾਗਤ ਕੀਮਤਾਂ ਤੇ ਵੱਧ ਖਰਚ ਹੋਣਾ ਤੇ ਉਪਜ ਦੀ ਵੱਟਤ ਦਾ ਫਰਕ ਕਿਸਾਨਾਂ ਨੂੰ ਗੰਭੀਰ ਸੰਕਟ ਵਿੱਚ ਪਾ ਰਿਹਾ। ਮੁੱਖ ਤੌਰ ਤੇ ਇਸੇ ਕਾਰਨ ਕਰਕੇ ਹੀ ਹਰ ਪੱਧਰ ਤੇ ਇਹ ਸਿੱਟਾ ਕੱਢਿਆ ਜਾ ਰਿਹਾ ਹੈ ਕਿ ਖੇਤੀ ਕਿੱਤਾ ਲਾਭਦਾਇਕ ਨਹੀਂ ਰਿਹਾ। ਇਨ੍ਹਾਂ ਹਾਲਤਾਂ 'ਚ ਇੱਕ ਅਹਿਮ ਲੋੜ ਹੈ ਕ੍ਰਾਪਿੰਗ ਸਿਸਟਮ ਅਜਿਹਾ ਹੋਵੇ ਜੋ ਮਾਮੂਲੀ ਲਾਗਤ, ਲਾਗੂ ਕਰਨ 'ਚ ਸੁਖਾਲਾ, ਲਗਾਤਾਰ ਆਮਦਨ ਦੇਣ ਦੇ ਸਮਰੱਥ ਤੇ ਵਾਤਾਵਰਣ ਪੱਖੀ ਹੋਵੇ, ਕਿਸਾਨ ਦਾ ਪੋਸ਼ਣ ਕਰਨ ਦੇ ਸਮਰੱਥ ਹੋਵੇ। ਅਜਿਹਾ ਨਿਵੇਕਲਾ ਕਿਸਾਨ ਤੇ ਲੁਕਾਈ ਪੱਖੀ ਕ੍ਰਾਪਿੰਗ ਸਿਸਟਮ ਪੰਜਾਬ ਦੀ ਪਵਿੱਤਰ ਧਰਤੀ ਤੇ ਚੱਲ ਰਿਹਾ ਹੈ, ਜਿਸ ਦਾ ਨਾਮ ਫਗਵਾੜਾ ਗੁੱਡ ਗਰੋ ਕ੍ਰਾਪਿੰਗ ਸਿਸਟਮ ਰੱਖਿਆ ਗਿਆ ਹੈ। ਖੇਤੀ ਦੇ ਇਸ ਨਿਵੇਕਲੇ ਸਿਸਟਮ ਦਾ ਆਧਾਰ ਕੁਦਰਤ ਵੱਲੋਂ ਪ੍ਰਦਾਨ 5 ਤੱਤਾਂ ਦੀ ਵਿਗਿਆਨਕ ਨਜ਼ਰੀਏ ਨਾਲ ਸਹਿਯੋਗ ਵਰਤੋਂ ਹੈ। ਭਰੇ ਖਜ਼ਾਨੇ ਭਗਵਾਨ ਦੇ, ਨੀਮਾ ਹੋ ਹੁੱਲਟ। ਭਗਵਾਨ ਤੋਂ ਭਾਵ ਹੈ ਭ ਤੋਂ ਭਾਵ ਭੂਮੀ, ਗ ਤੋਂ ਗਗਨ, ਵ ਤੋਂ ਵਾਯੂ, ਅ ਤੋਂ ਅਗਨੀ, ਨ ਤੋਂ ਨੀਰ। ਇਸ ਦਾ ਮਤਲਬ ਹੈ ਭੂਮੀ, ਗਗਨ, ਵਾਯੂ, ਅਗਨੀ, ਨੀਰ ਯਾਨੀ 5 ਤੱਤਾਂ ਨਾਲ ਕੁਦਰਤ ਦੇ ਖਜ਼ਾਨੇ ਭਰੇ ਹੋਏ ਨੇ ਤੇ ਇਹ ਅਮੁੱਕ ਨੇ। ਲੋੜ ਹੈ ਧਿਆਨ ਲਗਾ ਕੇ ਇਹਨਾਂ ਦੀ ਸਹਿਯੋਗ ਵਰਤੋਂ ਕਰਨਾ। ਆਪਣੇ ਆਲੇ ਦੁਆਲੇ ਪਸਰੇ ਕੁਦਰਤੀ ਪ੍ਰਸਾਰ ਵੱਲ ਜੇਕਰ ਝਾਤ ਮਾਰੀਏ ਤਾਂ ਸਪਸ਼ਟ ਤੌਰ ਤੇ ਨਜ਼ਰ ਆਉਂਦੇ ਨੇ ਇਹ ਜੰਗਲ, ਇਹ ਕੁਦਰਤੀ ਜੀਵ ਜੋ ਕੁਦਰਤ ਨਾਲ ਅਟਖੇਲੀਆਂ ਕਰਦੇ ਹੋਏ ਪ੍ਰਵਾਨ ਚੜ੍ਹਦੇ ਨੇ। ਕੁਦਰਤ ਦੇ 5 ਤੱਤਾਂ ਦੀ ਬੇਅੰਤ ਹੋਂਦ ਸਦਕਾ ਇਸ ਭਰਪੂਰ ਬਨਸਪਤੀ ਨੂੰ ਕਿਸੇ ਰਸਾਇਣਿਕ ਖਾਦ ਦਵਾਈ ਆਦਿ ਦੀ ਲੋੜ ਨਹੀਂ ਹੁੰਦੀ। ਵਪਾਰਕ ਪੱਧਰ ਤੇ ਖੇਤੀ ਕਰਨ ਦੇ ਰੁਝਾਨ ਨਾਲ ਅਸੀਂ ਕੁਦਰਤ ਦੇ ਇਹਨਾਂ 5 ਤੱਤਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੈ। ਨਤੀਜਾ ਵਧੇਰੇ ਖਰਚਾ, ਰਸਾਇਣਿਕ ਖੇਤੀ ਤੇ ਵਾਤਾਵਰਣ ਦਾ ਪ੍ਰਦੂਸ਼ਣ। ਫਗਵਾੜਾ ਗੁੱਡ ਗਰੋ ਕ੍ਰਾਪਿੰਗ ਸਿਸਟਮ ਦੇ ਮੋਢੀਆਂ ਵੱਲੋਂ ਕੁਦਰਤ ਵੱਲੋਂ ਪ੍ਰਦਾਨ 5 ਤੱਤਾਂ ਦੀ ਆਪਣੇ ਵਿਗਿਆਨਕ ਨਜ਼ਰੀਏ ਨਾਲ ਸਹਿਯੋਗ ਵਰਤੋਂ ਕਰਦੇ ਹੋਏ ਇਹ ਇੱਕ ਅਜਿਹਾ ਕ੍ਰਾਪਿੰਗ ਸਿਸਟਮ ਸਿਰਜ ਦਿੱਤਾ ਹੈ ਜਿਸ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਗੁੱਡ ਗਰੋ ਫਗਵਾੜਾ ਤਕਨੀਕ ਅਨੁਸਾਰ ਫਸਲਾਂ ਦੀ ਕਾਸ਼ਤ ਦਾ ਸਾਰਾ ਦਾਰੋਮਦਾਰ ਖੇਤੀਬਾੜੀ ਨੂੰ ਕੁਦਰਤ ਦੇ ਨਿਯਮਾਂ ਤੇ ਜੰਗਲ ਸਿਧਾਂਤ ਨਾਲ ਇੱਕ-ਮਿਕ ਕਰਨ ਤੇ ਆਧਾਰਿਤ ਹੈ। ਇਹ ਸਭ ਗੁਰਬਾਣੀ ਦੇ ਉਸ ਮਹਾਨ ਫਲਸਫੇ ਅਨੁਸਾਰ ਹੈ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਵਾਕ ਦਰਜ ਨੇ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜੀਵਨ ਸੰਬੰਧੀ ਕੁਦਰਤ ਦੇ ਅਟਲ ਨਿਯਮਾਂ ਅਨੁਸਾਰ ਜੀਵਨ ਦਾ ਆਧਾਰ ਨੇ 5 ਮੂਲ ਤੱਤ ਭੂਮੀ, ਗਗਨ, ਵਾਯੂ, ਅਗਨੀ ਤੇ ਨੀਰ। ਗੁੱਡ ਗਰੋ ਫਗਵਾੜਾ ਤਕਨੀਕ ਨੇ ਖੇਤੀਬਾੜੀ ਨੂੰ ਇਹਨਾਂ 5 ਤੱਤਾਂ ਨਾਲ ਮੁਕੰਮਲ ਰੂਪ 'ਚ ਇੱਕ-ਮਿਕ ਕਰਨ ਦਾ ਰਾਹ ਅਪਣਾਇਆ ਹੈ। ਜੇਕਰ ਫਸਲ ਨੂੰ ਕਿਸੇ ਇੱਕ ਤੱਤ ਦੀ ਵੀ ਘਾਟ ਹੁੰਦੀ ਹੈ ਤਾਂ ਉਸ ਦਾ ਬਹੁਤ ਮਾੜਾ ਅਸਰ ਪੈ ਸਕਦਾ ਹੈ। ਨਤੀਜੇ ਵਜੋਂ ਫਸਲ ਦੀ ਕੁਆਲਿਟੀ ਤੇ ਝਾੜ ਪ੍ਰਭਾਵਿਤ ਹੋ ਸਕਦਾ ਹੈ। ਕੁਝ ਫਸਲਾਂ ਨੂੰ ਕੁਦਰਤ ਦੇ ਵਰਤਾਰੇ ਅਨੁਸਾਰ ਇਹ ਤੱਤ ਆਪਣੇ ਆਪ ਮਿਲ ਜਾਂਦੇ ਨੇ। ਫਸਲਾਂ ਨੂੰ ਪਾਲਣ ਤੇ ਪੱਕਣ ਲਈ ਜਿੰਨੀ ਗਰਮੀ ਜਾਂ ਅਗਨੀ ਦੀ ਲੋੜ ਹੁੰਦੀ ਹੈ ਉਹ ਸੂਰਜ ਤੋਂ ਮਿਲ ਜਾਂਦੀ ਹੈ। ਇਹ ਵੀ ਸੱਚਾਈ ਹੈ ਕਿ ਕਿਸੇ ਵੀ ਫਸਲ ਨੂੰ ਕਿਸਾਨ ਆਪਣੇ ਯਤਨਾਂ ਨਾਲ ਗਰਮੀ ਮੁਹੱਈਆ ਨਹੀਂ ਕਰਵਾ ਸਕਦਾ। ਇਸੇ ਤਰ੍ਹਾਂ ਹੀ ਹਵਾ ਵੀ ਇੱਕ ਅਜਿਹਾ ਤੱਤ ਹੈ ਜਿਹੜਾ ਸਭ ਤਰ੍ਹਾਂ ਦੀਆਂ ਫਸਲਾਂ, ਬਨਸਪਤੀ ਤੇ ਜੀਵਾਂ ਆਦਿ ਲਈ ਅਤੀ ਲੋੜੀਂਦਾ ਹੈ। ਇਸ ਦੀ ਪੂਰਤੀ ਵੀ ਕੁਦਰਤ ਹੀ ਕਰ ਸਕਦੀ ਹੈ। ਫਸਲਾਂ, ਪੌਦਿਆਂ ਨੂੰ ਕਦੇ ਵੀ ਹਵਾ ਦੀ ਘਾਟ ਨਹੀਂ ਹੁੰਦੀ। ਕੁਦਰਤ ਦੇ ਖਜ਼ਾਨੇ 'ਚ ਹਵਾ ਦੀ ਬਹੁਤਾਤ ਹੈ ਤੇ ਇਹ ਜੁਗਾਂ-ਜੁਗਾਂ ਤੱਕ ਫਸਲਾਂ ਨੂੰ ਪਾਲਣ ਦੇ ਸਮਰੱਥ ਹੈ। ਫਸਲਾਂ ਦੀ ਪਾਲਣਹਾਰ ਧਰਤੀ ਖੇਤੀਬਾੜੀ ਦੀ ਹੋਂਦ ਹੀ ਧਰਤੀ ਤੇ ਨਿਰਭਰ ਹੈ ਜੋ ਫਸਲਾਂ ਦੀ ਪਾਲਣਹਾਰ ਹੈ। ਧਰਤੀ ਵਿੱਚ ਫਸਲਾਂ ਲਈ ਲੋੜੀਂਦੇ ਪੌਸ਼ਟਿਕ ਤੱਤ ਬਹੁਤਾਤ ਵਿੱਚ ਮੌਜੂਦ ਹਨ।
ਕਿਸੇ ਵਿਸ਼ੇਸ਼ ਇਲਾਕੇ ਵਿੱਚ ਕੀਤੀ ਜਾਣ ਵਾਲੀ ਫਸਲਾਂ ਦੀ ਕਾਸ਼ਤ ਤੇ ਪੈਦਾਵਾਰ ਉੱਥੋਂ ਦੀ ਧਰਤੀ 'ਚ ਮੌਜੂਦ ਪੌਸ਼ਟਿਕ ਤੱਤ 'ਤੇ ਨਿਰਭਰ ਕਰਦੀ ਹੈ। ਇਹ ਤੱਤ ਹੀ ਫਸਲ ਦੇ ਉਤਪਾਦਨ ਨੂੰ ਨਿਰਧਾਰਿਤ ਕਰਦੇ ਹੈ। ਇਸੇ ਲਈ ਫਸਲਾਂ ਧਰਤੀ ਦੇ ਅਨੁਕੂਲ ਹੀ ਬੀਜੀਆਂ ਜਾਣ ਤਾਂ ਬਿਹਤਰ ਹੋਏਗਾ। ਅਗਲਾ ਤੱਤ ਹੈ ਪਾਣੀ। ਪਾਣੀ ਫਸਲਾਂ ਲਈ ਬਹੁਤ ਮਹੱਤਵ ਰੱਖਦਾ ਹੈ, ਪਰ ਇਸ ਦੀ ਬੇਲੋੜੀ ਜਾਂ ਵਧੇਰੇ ਮਾਤਰਾ 'ਚ ਵਰਤੋਂ ਨੁਕਸਾਨਦੇਹ ਹੋ ਸਕਦੀ ਹੈ। ਫਸਲਾਂ ਲਈ ਪਾਣੀ ਜ਼ਰੂਰੀ ਹੈ, ਪਰ ਲੋੜ ਤੋਂ ਵੱਧ ਪਾਣੀ ਉਲਟਾ ਅਸਰ ਕਰਦਾ ਹੈ। ਲੋੜ ਅਨੁਸਾਰ ਪਾਣੀ ਫਸਲ ਲਈ ਅੰਮ੍ਰਿਤ ਹੈ, ਜਦੋਂ ਕਿ ਅੰਨ੍ਹੇਵਾਹ ਖੇਚ ਛੱਡਿਆ ਪਾਣੀ ਜ਼ਹਿਰ ਹੈ। ਫਗਵਾੜਾ ਤਕਨੀਕ ਨੇ ਇਸ ਨੁਕਤੇ ਤੇ ਧਿਆਨ ਕੇਂਦਰਿਤ ਕੀਤਾ ਕਿ ਹਕੀਕਤ 'ਚ ਫਸਲ ਨੂੰ ਪਾਣੀ ਦੀ ਨਹੀਂ ਸਗੋਂ ਨਮੀ ਦੀ ਲੋੜ ਹੁੰਦੀ ਹੈ। ਕਿਸਾਨ ਨੂੰ ਇਸ ਪੱਖ ਤੇ ਵਿਸ਼ੇਸ਼ ਧਿਆਨ ਦੇਣਾ ਪਏਗਾ ਕਿ ਕੋਈ ਵੀ ਫਸਲ ਪਾਣੀ 'ਚ ਡੁੱਬਣੀ ਨਹੀਂ ਚਾਹੀਦੀ, ਸਗੋਂ ਪਾਣੀ ਨੂੰ ਫਸਲ ਦੀਆਂ ਜੜ੍ਹਾਂ ਤੋਂ ਨੀਵਾਂ ਰੱਖਣਾ ਪਏਗਾ। ਪਾਣੀ ਦਾ ਸੁਭਾਅ ਵੀ ਨੀਵੀਂ ਥਾਂ ਰਹਿਣਾ ਹੈ, ਜਦੋਂ ਕਿ ਜੀਵਨ ਹਮੇਸ਼ਾ ਉੱਚੀ ਥਾਂ ਹੁੰਦਾ ਹੈ। ਜੇਕਰ ਪੌਦੇ ਦੀਆਂ ਜੜ੍ਹਾਂ ਪਾਣੀ 'ਚ ਡੁੱਬ ਜਾਣਗੀਆਂ ਤਾਂ ਉਸ ਨੂੰ ਹਵਾ ਨਹੀਂ ਮਿਲ ਸਕੇਗੀ। ਫਸਲ ਨੂੰ ਪਾਣੀ ਦੇ ਨਾਲ ਹਵਾ ਦੀ ਵੀ ਬਹੁਤ ਲੋੜ ਹੁੰਦੀ ਹੈ। ਫਸਲਾਂ ਲਈ ਲੋੜੀਂਦਾ ਪੰਜਵਾਂ ਤੱਤ ਆਕਾਸ਼ ਹੈ। ਇਸ ਦਾ ਭਾਵ ਹੈ ਕਿ ਕਿਸੇ ਵੀ ਫਸਲ ਪੌਦੇ ਨੂੰ ਪੈਦਾ ਹੋਣ ਤੋਂ ਲੈ ਕੇ ਮੇਲਣ, ਵਿਕਸਣ, ਪੱਕਣ ਤੱਕ ਉਹਨੇ ਆਕਾਸ਼ ਦੀ ਲੋੜ ਹੁੰਦੀ ਹੈ, ਜਿਸ ਵਿੱਚ ਉਸ ਦਾ ਮੁਕੰਮਲ ਵਿਕਾਸ ਹੋ ਸਕੇ। ਮਿਸਾਲ ਵਜੋਂ 5 ਵਿਅਕਤੀਆਂ ਦੇ ਬੈਠਣ ਵਾਲੀ ਜਗ੍ਹਾ ਤੇ 20 ਵਿਅਕਤੀਆਂ ਨੂੰ ਨਹੀਂ ਬਿਠਾਇਆ ਜਾ ਸਕਦਾ। ਇਸ ਲਿਹਾਜ਼ ਨਾਲ ਫਸਲ ਦਾ ਪੂਰਾ ਝਾੜ ਲੈਣ ਲਈ ਇੱਕ ਪੌਦੇ ਤੋਂ ਦੂਜੇ ਪੌਦੇ ਤੱਕ ਲੋੜੀਂਦੇ ਫਾਸਲੇ ਦਾ ਧਿਆਨ ਰੱਖਣਾ ਪਏਗਾ। ਇਹ ਵੀ ਕਹਿ ਸਕਦੇ ਹਾਂ ਕਿ ਫਸਲ ਲਈ ਆਕਾਸ਼ ਦੇ ਤੱਤ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ। ਜੇਕਰ ਕਿਸਾਨ ਇਹਨਾਂ ਤੱਤਾਂ ਨੂੰ ਸਮਝ ਲੈਂਦਾ ਹੈ ਤਾਂ ਉਸ ਦੀ ਖੇਤੀਬਾੜੀ ਦਾ ਪਾਰ ਉਤਾਰਾ ਹੋ ਸਕਦਾ ਹੈ।